का खालसा वाहिगुरू जी की फतेह। अज 32 किसान जथेबंदियों के एक विशेष मीटिंग हुई जिस दे प्रधानगी सरदार हरिंदर सिंह जी लखोवाल साहब ने की और नाल दी नाल ही युद्ध किसान मोर्चे की भी मीटिंग हुई जिस की प्रधानगी जगजीत सिंह डल्लेवाल साहब ने की। उन्होंने नाल बुद्धवीर जी, बीबी रिंदरपाल कौर जी, सुमन हुड्डा जी, जनवीर सिंह चौहान, ओंकार गौल जी, कुलदीप सिंह जी दयाला और मुख्तावर सिंह जी, दास बलवंत सिंह बहराम के। सो अज तो जोड़े फैसले हुए ने उस मुताबिक हरिंदर सिंह जी लखोवाल साहब जिन्होंने अज 32 किसान जथेबंदियों की मीटिंग की है, प्रधानगी की है, वो आप जी नूं अज के फैसले बारे दसन। सत श्री अकाल जी सारिਆਂ ਨੂੰ। ਅੱਜ ਜਿਹੜੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੇ ਅਸੀਂ ਸੰਸਦ ਵੱਲ ਨੂੰ 2 ਜਥੇ ਤਾਂ ਪਹਿਲਾਂ ਜਾ ਚੁੱਕੇ ਨੇ। ਕੱਲ ਨੂੰ ਬੀਬੀਆਂ ਦਾ ਜਥਾ 200 ਬੀਬੀਆਂ ਦਾ ਜਥਾ ਇੱਥੋਂ ਸਵੇਰੇ ਚੱਲੂਗਾ ਤੇ ਉਹਦੇ ਵਿੱਚ ਇੱਕ ਜਿਹੜਾ ਫੈਸਲਾ ਹੋਇਆ ਸਰਦਾਰ ਰੁਲਦੂ ਸਿੰਘ ਜੀ ਮਾਨਸਾ ਬਾਰੇ, ਜਿਨ੍ਹਾਂ ਨੇ 21 ਤਰੀਕ ਨੂੰ ਸਟੇਜ ਤੇ ਇੱਕ ਭੜਕਾਊ ਭਾਸ਼ਣ ਦਿੱਤਾ ਸੀ, ਸਿੱਖਾਂ ਤੇ ਸ਼ਹੀਦਾਂ ਦੇ ਬਰਖਲਾਫ ਬੋਲੇ ਸੀ। ਇਸ ਕਰਕੇ ਉਹਨਾਂ ਨੂੰ ਬਰਖਲਾਫ ਬੋਲਣ ਬਦਲੇ 15 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ। ਉਹ 15 ਦਿਨ ਕੋਈ ਸਟੇਜ ਨਹੀਂ ਸਾਂਝੀ ਕਰਨਗੇ, ਕੋਈ ਪੀਸੀ ਨਹੀਂ ਕਰਨਗੇ ਤੇ 15 ਦਿਨ ਨਾ ਕਿਸੇ ਮੀਟਿੰਗ ਅਟੈਂਡ ਕਰਨਗੇ। ਇਹ 32 ਜਥੇਬੰਦੀਆਂ ਦਾ ਫੈਸਲਾ ਤੇ ਨਾ ਉਹ ਕੋਈ ਕਿਸੇ ਨੂੰ ਚੈਨਲ ਨੂੰ ਵਾਈਟ ਦੇਣਗੇ। ਇਹ ਅੱਜ ਜਿਹੜਾ 32 ਜਥੇਬੰਦੀਆਂ ਤੋਂ ਦਾ ਫੈਸਲਾ ਕੀਤਾ ਗਿਆ। ਹੁਣ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਸੰਯੁਕਤ ਮੋਰਚੇ ਦੀ ਪ੍ਰਧਾਨਗੀ ਕੀਤੀ ਆ ਉਹ ਦੱਸਣਗੇ। ਦੋਸਤੋ, ਨਾਲ ਦੀ ਨਾਲ ਭਾਵੇਂ ਮੈਂ ਸੰਯੁਕਤ ਮੋਰਚੇ ਵੱਲੋਂ ਪ੍ਰਧਾਨਗੀ ਕੀਤੀ ਆ ਤਾਂ ਮੈਂ 32 ਮੈਂਬਰੀ ਸਾਡੀ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਮੈਂ ਉਹਦੇ ਵਿੱਚ ਵੀ ਸੀ ਔਰ ਉਹਦਾ ਮੈਂਬਰ ਸੀ। ਜੋ ਲਖੋਵਾਲ ਸਾਹਿਬ ਨੇ ਗੱਲ ਕਹੀ ਹੈ ਰੁਲਦੂ ਸਿੰਘ ਮਾਨਸਾ ਜੀ ਬਾਰੇ, ਉਹ ਅਸੀਂ ਸਾਰਿਆਂ ਨੇ 32 ਦੀਆਂ 32 ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਹੈ ਕਿ ਸਰਦਾਰ ਰੁਲਦੂ ਸਿੰਘ ਮਾਨਸਾ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਭਾਈਚਾਰੇ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੀ ਉਸ ਬੋਲੀ ਨੇ, ਉਸ ਉਹਨਾਂ ਦੇ ਸਟੇਜ ਤੋਂ ਕੀਤੇ ਹੋਏ ਭਾਸ਼ਣ ਨੇ ਦਰਦ ਪਹੁੰਚਾਇਆ ਹੈ, ਉਹਦੇ ਲਈ ਸਾਰਿਆਂ ਨੇ ਮਹਿਸੂਸ ਕੀਤਾ ਹੈ। ਸਮੁੱਚੀਆਂ 32 ਦੀਆਂ 32 ਜਥੇਬੰਦੀਆਂ ਨੇ ਔਰ ਉਹਦੇ 'ਤੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਜਿਹੜਾ ਹਰਿੰਦਰ ਲਖੋਵਾਲ ਜੀ ਨੇ ਆਪ ਜੀ ਦੇ ਸਾਹਮਣੇ ਰੱਖਿਆ ਹੈ ਕਿ ਉਹਨਾਂ ਨੂੰ 15 ਦਿਨ ਦੇ ਲਈ ਸਸਪੈਂਡ ਕਰ ਦਿੱਤਾ ਗਿਆ। ਉਹ ਬਿਲਕੁਲ ਸਟੇਜ 'ਤੇ ਨਹੀਂ ਜਾਣਗੇ, ਕਿਸੇ ਤਰ੍ਹਾਂ ਦੀ ਪੀਸੀ ਵਗੈਰਾ ਨਹੀਂ ਕਰਨਗੇ ਔਰ ਉਹ ਪੂਰੀ ਤਰ੍ਹਾਂ ਮਤਲਬ ਸਸਪੈਂਡ ਰਹਿਣਗੇ। ਅਗਲਾ ਜਿਹੜਾ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬੋਡੀ ਦੀ, ਉਸ ਮੀਟਿੰਗ ਦੇ ਵਿੱਚ ਸਾਡਾ ਮੇਨ ਏਜੰਡਾ ਅੱਜ, ਕਿਉਂਕਿ ਸੰਸਦ ਚੱਲ ਰਹੀ ਹੈ, ਪਾਰਲੀਮੈਂਟ ਸਰਕਾਰ ਵੀ ਚਲਾ ਰਹੀ ਹੈ, ਪਾਰਲੀਮੈਂਟ ਤੁਹਾਡੇ ਪਿਆਰ ਤੁਹਾਡੇ ਸਹਿਯੋਗ ਦੇ ਸਦਕਾ ਆਪਣੀ ਕਿਸਾਨਾਂ ਦੀ ਵੀ ਪੈਰਲਲ ਚੱਲ ਰਹੀ ਹੈ। ਉਹਦੇ ਵਿੱਚ ਕੱਲ੍ਹ ਨੂੰ ਸਾਡਾ ਜਿਹੜਾ ਜਥਾ ਜਾਣਾ ਹੈ ਉਹ ਸਾਡੀਆਂ ਬੀਬੀਆਂ ਲੇਡੀਜ਼ ਜਾਣਗੀਆਂ। ਉਹਨਾਂ ਦੇ ਵਿੱਚੋਂ ਹੀ ਪ੍ਰੈਜ਼ੀਡੀਅਮ ਬਣਨੀ ਹੈ, ਚੁਣੀ ਜਾਣੀ ਹੈ ਔਰ ਉਹਦੇ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਹੈ ਕਿ 100 ਬੀਬੀਆਂ ਪੰਜਾਬ ਤੋਂ ਜਾਣਗੀਆਂ ਔਰ 100 ਅਦਰ ਸਟੇਟਸ ਤੋਂ ਸਾਰਿਆਂ ਵੱਲੋਂ ਮਤਲਬ ਭੇਜੀਆਂ ਜਾਣਗੀਆਂ। ਇਹ ਇੱਕ ਕ੍ਰਾਈਟੇਰੀਆ ਤੈਅ ਕੀਤਾ ਹੋਇਆ ਹੈ ਸਾਡੇ ਸੰਯੁਕਤ ਮੋਰਚਾ ਵੱਲੋਂ। ਔਰ ਨਾਲ ਦੀ ਨਾਲ ਬੀਬੀਆਂ ਨੇ ਉੱਥੇ ਜਦੋਂ ਜਾਣਾ ਹੈ ਸਭ ਤੋਂ ਪਹਿਲਾਂ ਪ੍ਰੈਜ਼ੀਡੀਅਮ ਚੁਣੀ ਜਾਣੀ ਹੈ। ਉਸ ਤੋਂ ਬਾਅਦ ਇਹ ਬਰੀਫ ਕਿ ਕੀ ਸਾਡਾ ਏਜੰਡਾ ਹੈ, ਕੀ ਗੱਲ ਹੈ, ਕੀ ਬਾਤ ਹੈ, ਕਿਹਨੇ ਬੋਲਣਾ, ਕੀ ਕਰਨਾ ਹੈ, ਉਹ ਆਪ ਜੀ ਦੇ ਸਾਹਮਣੇ ਉਹ ਸਾਡੀ ਪ੍ਰੈਜ਼ੀਡੀਅਮ ਰੱਖੇਗੀ। ਉਸ ਤੋਂ ਬਾਅਦ ਸੰਸਦ ਸ਼ੁਰੂ ਹੋਏਗੀ ਤੇ ਉਹ ਸਾਰੀ ਸੰਸਦ ਦੀ ਦਾ ਕਾਰਵਾਈ ਚੱਲਣ ਤੋਂ ਬਾਅਦ ਫਿਰ ਮਤਲਬ ਫੈਸਲਾ ਲਿਆ ਗਿਆ ਕਿ ਲਾਸਟ ਦੇ ਉੱਤੇ ਕਿਸ ਤਰ੍ਹਾਂ ਦੀ ਸੰਸਦ ਰਹੀ, ਕੀ ਏਜੰਡੇ ਵਿਚਾਰੇ ਗਏ, ਕੀ ਹੋਇਆ, ਉਹ ਸਾਰਾ ਦਾ ਸਾਰਾ ਫਿਰ ਤੁਹਾਨੂੰ ਪੀਸੀ ਦੇ ਵਿੱਚ ਸ਼ਾਮ ਨੂੰ ਉਹ ਸਾਰਾ ਤੁਹਾਡੇ ਸਾਹਮਣੇ ਰੱਖਿਆ ਜਾਏਗਾ। ਇਹ ਪ੍ਰੋਗਰਾਮ ਹੈ ਔਰ ਸਾਡੀਆਂ ਬੀਬੀਆਂ ਦਾ ਜਿਹੜਾ ਏਜੰਡਾ ਹੈ ਉਹ ਹੈ ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਦੇ ਕਾਨੂੰਨ ਦੇ ਵਿੱਚ ਕੀਤੇ ਹੋਏ
ਜਿਹੜੇ ਸਾਡੀ ਸੈਂਟਰ ਗਵਰਨਮੈਂਟ ਅਮੈਂਡਮੈਂਟ ਕਰਕੇ ਲੋਕਾਂ ਦੀ ਜੇਬ ਤੇ ਕਿਸ ਤਰ੍ਹਾਂ ਦਾ ਬੋਝ ਪੈਣਾ ਹੈ, ਕੀ ਨੁਕਸਾਨ ਹੋਣਾ ਹੈ, ਘਰਾਂ ਨੂੰ ਕਿਵੇਂ ਸੱਟ ਮਾਰਨੀ ਹੈ, ਇਸ ਕਾਨੂੰਨ ਨੇ ਉਹ ਸਾਰਾ ਉੱਥੇ ਤੁਹਾਡੇ ਸਾਹਮਣੇ ਆਪਣੀ ਸੰਸਦ ਦੇ ਜ਼ਰੀਏ ਜਿਹੜੀ ਸਾਡੀ ਸਰਕਾਰ ਵੱਲੋਂ ਚਲਾਈ ਜਾ ਰਹੀ ਪਾਰਲੀਮੈਂਟ ਆ ਤੁਹਾਡਾ ਮਾਧਿਅਮ ਦੇ ਰਾਹੀਂ ਉਹਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ ਔਰ ਉੱਥੇ ਸਾਡਾ ਮੁੱਦਾ ਫਿਰ ਤੁਹਾਡੇ ਜ਼ਰੀਏ ਜਾਏਗਾ, ਉੱਠੇਗਾ। ਉਹਦੇ ਵਿੱਚ ਸਾਡਾ ਪ੍ਰਯਾਸ ਇਹ ਹੈ ਔਰ ਇਹ ਸਾਡਾ 2 ਦਿਨ ਲਈ ਚੱਲੇਗਾ, ਕੱਲ੍ਹ ਨੂੰ ਵੀ ਔਰ ਪਰਸੋਂ ਵੀ ਸਾਡੀ ਇੱਥੇ ਬਹਿਸ ਹੈ ਜਿਹੜੀ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਉੱਤੇ ਹੋਣੀ ਹੈ। ਉਸ ਤੋਂ ਬਾਅਦ ਕੱਲ੍ਹ ਤੇ ਪਰਸੋਂ ਤੋਂ ਬਾਅਦ ਚੌਥੇ ਤੇ ਪੰਜਵੇਂ 2 ਦਿਨਾਂ ਦੇ ਲਈ ਜਿਹੜੀ ਬਹਿਸ ਹੋਣੀ ਹੈ ਉਹ ਕੰਟਰੈਕਟ ਫਾਰਮਿੰਗ ਐਕਟ ਦੇ ਉੱਤੇ ਹੋਣੀ ਹੈ। ਉਹ ਸਾਰੇ ਆਪਾਂ ਮਤਲਬ ਨੋਟ ਕਰ ਲਿਓ, ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਕੌਣ ਲੋਕ ਜਾਣਗੇ ਤੁਹਾਡੇ ਸਾਹਮਣੇ। ਕੱਲ੍ਹ ਤੱਕ ਇਹ ਵੀ ਆ ਜਾਏਗੀ ਕਿ ਕਿਹੜੇ ਲੋਕ ਉੱਥੇ ਇਹਨਾਂ ਗੱਲਾਂ ਨੂੰ ਰੱਖਣਗੇ ਤੁਹਾਡੇ ਸਾਹਮਣੇ, ਸਮੇਂ ਦੇ ਮੁਤਾਬਕ ਆਉਂਦੀ ਰਹੇਗੀ ਗੱਲ। ਸੋ ਇਹ ਆ ਸਾਡਾ ਮਤਲਬ ਅੱਜ ਦਾ ਫੈਸਲਾ ਹੋਇਆ। ਸੈਕੰਡ ਇਹ ਆ ਕਿ ਜਿਹੜਾ ਸਾਡੇ ਪ੍ਰਬੰਧਾਂ ਦੇ ਵਿੱਚ ਜਿੰਨੀ ਕਿ ਘਾਟਾਂ ਰਹੀਆਂ ਉਹਨਾਂ ਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਹੋਏਗੀ ਕਿ ਬਹੁਤ ਵਧੀਆ ਪਲੈਨਡ ਵੇ ਦੇ ਨਾਲ ਇਹ ਸੰਸਦ ਸਾਡੀ ਨੇਪਰੇ ਚੜ੍ਹੇ ਔਰ ਆਪਾਂ ਸਾਰੇ ਯਤਨਸ਼ੀਲ ਹੈ ਕਿ ਇਹਨੂੰ ਆਪਾਂ ਠੀਕ ਢੰਗ ਨਾਲ ਕਰੀਏ। ਬਾਕੀ ਜੋ ਅਗਲੀ ਗੱਲ ਹੈ ਉਹ ਯੁੱਧਵੀਰ ਜੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝੀ ਕਰਨਗੇ। यूपी ਤੋਂ ਯੁੱਧਵੀਰ ਜੀ। सभी साथियों का मैं स्वागत करता हूँ। आज जैसा हमारे अध्यक्ष जी ने डलेवाल जी ने बताया, कल के बारे में आज मुख्य तौर पे चर्चा थी क्योंकि ये बड़ी ऐतिहासिक घटना है। किसान संसद महिला किसानों द्वारा चलाई जाएगी कल, और एक बहुत महत्वपूर्ण मुद्दा आवश्यक वस्तु अधिनियम पे चर्चा होनी। आवश्यक वस्तु अधिनियम का आप सभी को पता है, पूर्व में हमारे यहाँ देश में एक कालाबाजारी को रोकने के लिए एक कानून था, मात्रात्मक प्रतिबंध था। एक मात्रा से ज़्यादा कोई भी व्यापारी अपने यहाँ स्टोरेज नहीं कर सकता था किसी उसका। लेकिन सरकार ने जिस तरह से उस प्रतिबंध को हटाया, सरकार ने अपनी जिस तरह से मनसा जाहिर की है, उन्होंने अपने चहेते व्यापारियों को, जिनके माध्यम से ये सरकार, जिनकी चंदाखोरी से ये सरकार चुनाव जीतती है, उनका एहसान उतारने के लिए उन्होंने इस कानून को हटाया। इस पे सबसे ज़्यादा असर उत्पादक और उपभोक्ता दोनों मरेंगे इससे। ये एक ऐसा कानून है जो फसल को पैदा करता उसको भी उससे नुकसान होने वाला है, और उसके बाद जब उसके गोदाम भर जाएंगे तो वो उपभोक्ता की गर्दन को दबाएगा अपने गोदामों की अनाज की माध्यम से। तो ये आम आदमी से जुड़ा, गरीब से जुड़ा हुआ मुद्दा है। इसमें किसान हो, मजदूर हो, कोई मझोले वर्ग के लोग हों, तमाम लोगों पे इसका असर पड़ने वाला है। तो कल की जो चर्चा हमारी महिला संसद में है वो बहुत ही महत्वपूर्ण मुद्दे पे होगी। ये जिम्मेवारी खास तौर पे महिलाओं को सौंपी गई है, क्योंकि महिला जो है बजट घर का महिलाओं के माध्यम से ही जो है मैनेज किया जाता है। घर का जितना मैनेजमेंट है उसका संचालन महिलाएं करती हैं। तो इस बात को मद्देनजर रखते हुए कल का ये टॉपिक महिलाओं को दिया गया, और इसी विषय पे जैसा डलेवाल जी ने बताया कि विस्तार से कल क्या चर्चा हुई, वो शाम को ब्रीफिंग वहीं पे होगी, वहाँ बताया जाएगा कि आज क्या हुआ, क्या निर्णय हमने लिया। ये अपने तरह का एक अनूठा प्रयोग किसानों द्वारा किया गया। आप सब लोग थे वहाँ, 2 दिन आपने देखा, और कल तीसरा दिन देखेंगे तो अपने आप में यूनिक होगा। केवल महिलाएं पूरा संचालन करेंगी और टॉपिक पे जो है वो अपना पक्ष को उजागर करेंगी। तो मैं समझता हूँ कि कल का जो सत्र है वो एक विशेष सत्र होने वाला है और उसके रिजल्ट निकल के आएंगे। धन्यवाद। हरियाणा वाले आप सभी को नमस्कार।
ऐतिहासिक सत्र होने वाला है। आपने संसद देखी, आपने संसद के बाहर संसद देखी और कल आप महिला संसद देखेंगे। महिला संसद का मेन टॉपिक दिया गया है जरूरी वस्तु अधिनियम। तो हमारी सब महिलाएं उसी टॉपिक पे अच्छे से तैयारी करके आएंगी और दिखाएंगी कि महिला को हर चीज की नॉलेज है। वो घर मैनेज करने से लेके और समाज को मैनेज करना और बिजनेस को मैनेज करना भी जानती है। तो कल महिला संसद जरूर देखें और शामिल हों। धन्यवाद। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। 22 ਤਾਰੀਖ ਨੂੰ ਪਾਰਲੀਮੈਂਟ ਇੱਕ ਅੰਦਰ ਚੱਲ ਰਿਹਾ ਸੀ, ਇੱਕ ਸਾਡੇ ਕਿਸਾਨਾਂ ਵੱਲੋਂ ਪਾਰਲੀਮੈਂਟ ਬਾਹਰ ਚੱਲ ਰਿਹਾ ਸੀ। ਉਸ ਦੇ ਅੰਦਰੋਂ ਮੀਨਾਕਸ਼ੀ ਲੇਖੀ ਜੀ ਦਾ ਇੱਕ ਬਿਆਨ ਆ ਰਿਹਾ ਸੀ ਕਿ ਬਾਹਰ ਮਵਾਲੀ ਬੈਠੇ ਹੋਏ ਆ। ਅਸੀਂ ਔਰਤਾਂ ਵੱਲੋਂ ਸਾਰੀਆਂ ਜੋ ਮੋਰਚੇ ਵਿੱਚ ਸ਼ਾਮਲ ਹੈ, ਅਸੀਂ ਨਿਖੇਧੀ ਕਰਦੇ ਹਾਂ ਮੀਨਾਕਸ਼ੀ ਲੇਖੀ ਦਾ। ਔਰ ਕੱਲ ਵੀ ਅਸੀਂ ਸਾਰੀਆਂ ਔਰਤਾਂ ਜਦੋਂ ਉਹਦੇ ਖਿਲਾਫ ਦੇ ਵਿੱਚ ਜ਼ਰੂਰ ਨਾਅਰੇ ਲਾਵਾਂਗੀਆਂ ਜੋ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਬਾਹਰ ਮਵਾਲੀ ਬੈਠੇ ਹੋਏ ਆ। ਬਾਕੀ ਆਗੂ ਸਭਾ ਨੇ ਗੱਲ ਰੱਖੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਬਾਹਰ ਦੇ ਕਿਸੇ ਵੀ ਜੋ ਸਾਡੇ ਕੋਲ ਆਗੂ ਸਾਹਿਬਾਨ ਹੋਣ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਗਈ। ਔਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਸਾਫ਼ ਕਰ ਦੇਵਾਂ ਕਿ ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ, ਭਾਵੇਂ ਅਸੀਂ ਵਿਪ ਜਾਰੀ ਕੀਤੇ ਸੀ ਔਰ ਜਿਨ੍ਹਾਂ ਨੇ 22 ਜੁਲਾਈ ਦੇ ਪਾਰਲੀਮੈਂਟ ਦੇ ਵਿੱਚ ਜਿਹੜੇ MP ਬੋਲੇ ਨੇ ਉਹ ਠੀਕ ਆ, ਕਾਨੂੰਨਾਂ ਦੇ ਵਿਰੋਧ ਵਿੱਚ ਬੋਲੇ ਨੇ। ਔਰ ਜਿਹੜੇ ਨਹੀਂ ਬੋਲੇ ਉਹਨਾਂ ਦਾ ਲੇਖਾ ਜੋਖਾ ਸੰਯੁਕਤ ਕਿਸਾਨ ਮੋਰਚਾ ਜ਼ਰੂਰ ਕਰੇਗਾ। ਔਰ ਵਿਪ ਜਾਰੀ ਕਰਨਾ ਸਭ ਤੋਂ ਪਹਿਲਾ ਕਦਮ ਸੀ ਦੁਨੀਆ ਦੇ ਵਿੱਚ ਸਾਡਾ ਕਿ ਵੋਟਰ ਵਿਪ ਜਾਰੀ ਇੱਕ ਪਹਿਲ ਕਦਮੀ ਸੀਗੀ। ਪਰ ਮੈਂ ਸਮਝਦਾ ਵੀ ਜਿਹੜੇ MP ਅਜੇ ਵੀ ਬਿਲਕੁਲ ਇਸ ਗੱਲ ਤੋਂ ਅਨਿਆਣ ਹੋ ਕੇ ਬੈਠੇ ਹੋਏ ਨੇ, ਉਹ ਬਿਲਕੁਲ ਇਹਨਾਂ ਕਾਨੂੰਨਾਂ ਦੀ ਵਿਰੋਧਤਾ ਨਹੀਂ ਕਰ ਰਿਹਾ। ਔਰ ਸੰਯੁਕਤ ਕਿਸਾਨ ਮੋਰਚਾ ਉਹਨਾਂ ਦਾ ਨਿੰਦਿਆ ਕਰਦਾ, ਪੂਰੀ ਵਿਰੋਧਤਾ ਕਰਦਾ। ਉਹਨਾਂ ਲੋਕਾਂ ਨੂੰ ਯਾਦ ਹੋਣਾ ਚਾਹੀਦਾ ਕਿ ਉਹਨਾਂ ਨੇ ਸਾਡੇ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ ਵੋਟਾਂ ਲੈ ਕੇ MP ਬਣੇ ਸੀ। ਅੱਜ ਕੁਰਸੀਆਂ 'ਤੇ ਬੈਠ ਕੇ ਅੰਨਦਾਤੇ ਨੂੰ ਔਰ ਸਾਡੇ ਸੰਤਕਾਰ ਲੋਕਾਂ ਨੂੰ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਭੁੱਲ ਚੁੱਕੇ ਨੇ। ਇਹ ਗੱਲਾਂ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਇਹਨਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਤਾਂ ਕਰਕੇ ਉਹ ਸਦਨ ਦੇ ਵਿੱਚ ਜਿਹੜੀ ਕਿਸਾਨਾਂ ਦੀ ਵੱਧ ਤੋਂ ਵੱਧ ਚਰਚਾ ਹੋ ਸਕੇ ਤੇ ਇਹ ਕਾਨੂੰਨ ਜਲਦੀ ਤੋਂ ਜਲਦੀ ਰੱਦ ਹੋ ਸਕਣ। ਹੁਣ ਮੇਰੇ ਆਗੂ ਸਾਹਿਬਾਨ ਜਗਬੀਰ ਸਿੰਘ ਚੌਹਾਨ ਉਹ ਤੁਹਾਡੇ ਸਾਹਮਣੇ ਗੱਲਬਾਤ ਰੱਖਣਗੇ। ਵਾਲੇ ਸਾਰੇ ਸਾਥੀਆਂ ਦਾ ਧੰਨਵਾਦ। ਜਿਸ ਤਰ੍ਹਾਂ ਮੇਰੇ ਵੀਰ ਨੇ ਵੋਟਰ ਵਿਪ ਦੀ ਗੱਲ ਕੀਤੀ ਹੈ, ਪਾਰਲੀਮੈਂਟ ਸੈਸ਼ਨ ਚੱਲਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੋਟਰ ਵਿਪ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ ਸਾਡੇ ਸੰਸਦ ਮੈਂਬਰ ਆ ਉਹ ਗੈਰ ਹਾਜ਼ਰ ਨਾ ਹੋਣ ਤੇ ਕਾਇਦਾ ਤੌਰ ਤੇ ਅੰਦਰ ਬਾਈਕਾਟ ਕਰਨ, ਉਹਨਾਂ ਦਾ ਇਹਨਾਂ ਬਿੱਲਾਂ ਦੇ ਖਿਲਾਫ ਆਵਾਜ਼ ਉਠਾਉਣ। ਜਿਹੜੇ ਨਹੀਂ ਉਠਾਉਣਗੇ ਜਾਂ ਗੈਰ ਹਾਜ਼ਰ ਰਹਿਣਗੇ ਉਹਨਾਂ ਦਾ ਜਵਾਬ ਲੋਕ ਪਿੰਡਾਂ ਦੇ ਵਿੱਚ ਜਦੋਂ ਜਾਣਗੇ ਆਪ ਲੈਣਗੇ। ਪਰ ਸਾਡੇ ਨਵੇਂ ਬਣੇ ਕਾਂਗਰਸ ਦੇ ਪੰਜਾਬ ਪ੍ਰਧਾਨ ਜਦੋਂ ਸੰਸਦ ਚੱਲ ਰਹੀ ਸੀ, ਸੰਸਦ ਦੇ ਕੰਮ ਵਾਲਾ ਦਿਨ ਸੀ, ਉਸ ਦਿਨ ਉਹਨਾਂ ਨੇ ਤਾਜਪੋਸ਼ੀ ਦਾ ਜਿਹੜਾ ਇੱਕ ਸਮਾਗਮ ਰੱਖ ਲਿਆ ਗਿਆ। ਇਹਦੇ ਪੈਰਲਲ ਤਾਜਪੋਸ਼ੀ ਕੀਤੀ। ਜਿੰਨੇ ਸੰਸਦ ਮੈਂਬਰ ਸੀ ਉਹ ਉਸ ਸਮਾਗਮ ਦੇ ਵਿੱਚ ਪਹੁੰਚੇ ਜਿੱਥੇ ਕਿ ਪਿਛਲੇ 8 ਮਹੀਨਿਆਂ ਤੋਂ ਕਿਸਾਨ ਸੜਕਾਂ ਤੇ ਬੈਠੇ ਹੋਏ ਆ। 550 ਦੇ ਕਿਸਾਨ ਕਰੀਬ ਸ਼ਹੀਦ ਹੋ ਗਏ ਆ। ਉਹਨਾਂ ਦਾ ਦਰਦ ਉਹਨਾਂ ਨੂੰ ਨਹੀਂ ਦਿਸਿਆ। ਇੱਕ ਉਹਨਾਂ ਨੇ ਸਿਰਫ ਪੰਜਾਬ ਪ੍ਰਧਾਨ ਬਣਨ ਤੇ ਇੱਕ ਤਾਜਪੋਸ਼ੀ ਦਾ ਜਿਹੜਾ ਸਮਾਗਮ ਜ਼ਿਆਦਾ ਜ਼ਰੂਰੀ ਸਮਝਿਆ। ਇੱਥੋਂ ਇਹ ਪਤਾ ਲੱਗਦਾ ਕਿ ਇਹਨਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ। ਜਿਹੜੇ ਵੋਟਰ ਵਿਪ ਅਸੀਂ ਜਾਰੀ ਕੀਤਾ ਸੀ, ਵੋਟਰ ਆਪੇ ਪਿੰਡਾਂ ਦੇ ਵਿੱਚ ਜਦੋਂ ਇਹ ਸੰਸਦ ਮੈਂਬਰ ਜਾਣਗੇ ਇਹਨਾਂ ਤੋਂ ਇਹਦਾ ਜਵਾਬ ਆਪ ਲੈ ਲੈਣਗੇ।
ਨਾਲ ਦੀ ਨਾਲ ਸਿੱਧੂ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਪਿਆਸਾ ਖੂਹ ਦੇ ਕੋਲ ਆਉਂਦਾ। ਇਹਨਾਂ ਦੇ ਦਿਮਾਗ ਦਾ ਇਹ ਵਹਿਮ ਆ ਕਿ ਹੁਣ ਜਿਹੜਾ ਪਿਆਸਾ ਖੂਹ ਦੇ ਕੋਲ ਆਊਗਾ, ਇਹ ਜਿਹੜਾ ਮੋਰਚਾ ਲੱਗਿਆ ਹੋਇਆ ਇਹ ਵੱਡਾ ਸਮੁੰਦਰ ਬਣ ਚੁੱਕਿਆ ਆ। ਇਹਦੀਆਂ ਲਹਿਰਾਂ ਦਾ ਹਾਲੇ ਤੱਕ ਕੋਈ ਨਹੀਂ ਪਤਾ ਕਿੱਧਰ ਨੂੰ ਜਾਂਦੀਆਂ ਆ, ਪਰ ਇਹਦੀ ਡੂੰਘਾਈ ਵੀ ਨਾਪੀ ਨਹੀਂ ਜਾ ਸਕਦੀ। ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਅੱਜ ਗੱਲ ਕਰ ਰਹੀਆਂ ਆ, ਇਹ ਲਹਿਰਾਂ, ਇਹਦੀ ਡੂੰਘਾਈ ਜਿਹੜੀ ਆ ਇਹਨਾਂ ਨੂੰ ਆਪਣੇ ਵਿੱਚ ਸਮੋ ਲੈਣਗੀਆਂ। ਇਹਨਾਂ ਦਾ ਰਿਜ਼ਲਟ ਇਹਨਾਂ ਨੂੰ ਬਾਅਦ ਚ ਪਤਾ ਲੱਗੂਗਾ। ਇਹੋ ਜਿਹੇ ਜਿਹੜੀਆਂ ਬਿਆਨਬਾਜ਼ੀਆਂ ਕਰਨੀਆਂ ਇਹਨਾਂ ਰਾਜਨੀਤਿਕ ਲੋਕਾਂ ਵਾਸਤੇ ਠੀਕ ਨਹੀਂ। ਜੇਕਰ ਵੋਟਰ ਵਿਪ ਜਾਰੀ ਕੀਤਾ ਸੀ ਉੱਤੇ ਇਹਨਾਂ ਨੂੰ ਸਟੈਂਡ ਕਰਨਾ ਚਾਹੀਦਾ ਸੀ। ਧੰਨਵਾਦ। ਨਾਲ ਦੀ ਨਾਲ ਇੱਕ ਗੱਲ ਹੋਰ ਜ਼ਰੂਰੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਅੱਜ ਰਣਜੀਤ ਸਿੰਘ ਮਾਨ ਸਾਹਿਬ ਨੂੰ 15 ਦਿਨ ਵਾਸਤੇ ਸਸਪੈਂਡ ਕੀਤਾ ਔਰ ਸਾਰੇ ਆਗੂ ਸਾਹਿਬਾਨਾਂ ਨੂੰ ਇਸ ਗੱਲ ਤੋਂ ਵਾਰਨਿੰਗ ਦਿੱਤੀ ਗਈ ਹੈ ਵੀ ਕੋਈ ਵੀ ਆਗੂ ਸਾਹਿਬਾਨ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਆਗੂ ਜਾਂ 32 ਜਥੇਬੰਦੀਆਂ ਦੇ ਆਗੂ ਨੇ ਉਹ ਸਟੇਜ ਤੋਂ ਕਿਸੇ ਤਰ੍ਹਾਂ ਦਾ ਵੀ ਭੜਕਾਊ ਭਾਸ਼ਣ ਨਾ ਦੇਣ। ਇਹ ਬਿਲਕੁਲ ਬੰਦ ਕੀਤਾ ਜਾਵੇ। ਸਾਡਾ ਮਨੋਰਥ ਕੇਵਲ ਕਾਨੂੰਨ ਰੱਦ ਕਰਾਉਣਾ ਔਰ MSP ਦੇ ਉੱਪਰ ਮਾਨਤਾ ਦਿਵਾਉਣੀ ਸਾਡਾ ਇਹ ਸਭ ਤੋਂ ਵੱਡਾ ਮਨੋਰਥ ਹੈ। ਮੋਰਚਾ ਸਭ ਤੋਂ ਵੱਡਾ, ਬਾਕੀ ਚੀਜ਼ਾਂ ਬਹੁਤ ਛੋਟੀਆਂ ਨੇ। ਹੁਣ ਅਸੀਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਨੀ ਕੁਐਸਚਨ? ਬਾਪੂ ਹਰਦੀਪ ਸਿੰਘ ਢਿੰਡੋਆ ਨੇ ਇੱਕ ਨਵੀਂ ਜਥੇਬੰਦੀ ਬਣਾਈ ਹੈਗੀ ਆ। ਉਹ ਕਹਿੰਦੇ ਕਿ SKM ਦੀ ਇਸ ਮੋਰਚੇ ਦੀ ਮਜ਼ਬੂਤੀ ਲਈ ਮੈਂ ਇਹ ਜਥੇਬੰਦੀ ਬਣਾਈ ਆ। ਉਹ ਅੱਜ ਆਏ ਵੀ ਹੈਗੇ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਬੇਰ ਸਾਹਿਬ ਤੋਂ ਕਾਫਲਾ ਲੈ ਕੇ। ਸੋ ਉਹ ਆਪਣੀ ਹਮਾਇਤ ਲੈਣਾ ਚਾਹੁੰਦੇ ਆ। ਤੁਸੀਂ ਉਹਨਾਂ ਦੀ ਹਮਾਇਤ ਲੈਣਾ ਚਾਹੋਗੇ ਜੇ ਉਹ ਚਾਹਣ ਕਿ ਉੱਥੇ ਸੰਸਦ ਤੱਕ ਜਿਹੜਾ ਮਾਰਚ ਜਾਂਦਾ ਸਵੇਰੇ ਉਹਨਾਂ ਦਾ ਵੀ ਕੋਈ ਨੁਮਾਇੰਦਾ ਜਾਵੇ ਤੁਹਾਡੇ ਨਾਲ? ਦੇਖੋ, ਇਹ ਬਹੁਤ ਸੀਰੀਅਸ ਮੈਟਰ ਹੈ। ਉਹਨਾਂ ਨੇ ਜੋ ਜਥੇਬੰਦੀ ਬਣਾਈ ਹੈ ਉਹਦਾ ਇਹ ਵੀ ਮੈਨੂੰ ਪਤਾ ਲੱਗਿਆ ਹੈ ਕਿ ਉਹ ਪੋਲੀਟੀਕਲ ਮੋਟਿਵ ਹੈ। ਅਗਰ ਪੋਲੀਟੀਕਲ ਮੋਟਿਵ ਦੇ ਨਾਲ ਕੋਈ ਜਥੇਬੰਦੀ ਬਣਦੀ ਹੈ ਔਰ ਅੱਜ ਨਵੀਂ ਜਿਹੜੀ ਜਥੇਬੰਦੀ ਬਣਦੀ ਹੈ ਉਹਨੂੰ ਮੇਰਾ ਖਿਆਲ ਹੈ ਹਜੇ ਤੱਕ ਸੰਯੁਕਤ ਮੋਰਚਾ ਅਲਾਉ ਨਹੀਂ ਕਰੇਗਾ, ਕਿਉਂਕਿ ਸਹੀ ਬੜਾ ਫੂਕ ਕੇ ਕਦਮ ਰੱਖ ਰਹੇ हैं। ਸਾਰੇ ਹੀ ਰਿਸਪੈਕਟੇਬਲ ਨੇ, ਸਾਰੇ ਹੀ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਇਸ ਮੋਰਚੇ ਨੂੰ ਹਮਾਇਤ ਕਰਦੇ ਆ। ਉਹਨਾਂ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਉਹ ਚਾਹੇ ਕਿਤੇ ਵੀ ਬੈਠੇ ਆ, ਬਾਹਰ ਬੈਠੇ ਆ, ਇੱਥੇ ਸਾਡੇ ਵਿੱਚ ਬੈਠੇ ਆ, ਸਾਰੇ ਰਿਸਪੈਕਟੇਬਲ ਨੇ। ਪਰ ਹਜੇ ਤੱਕ ਇਹ ਮੋਰਚੇ ਨੂੰ ਬਹੁਤ ਸੀਰੀਅਸਲੀ ਇਹਨਾਂ ਇਸ਼ੂਆਂ ਦੇ ਉੱਤੇ ਸੋਚ ਕੇ ਵਿਚਾਰ ਕੇ ਫੈਸਲੇ ਲੈਣ ਵਾਲਾ ਫੈਸਲਾ ਹੈ। ਇਹ ਐਡੀ ਛੇਤੀ ਫੈਸਲਾ ਨਹੀਂ ਲਿਆ ਜਾ ਸਕਦਾ। 26 जनवरी ਨੂੰ 6 ਮਹੀਨੇ ਪੂਰੇ ਹੋ ਰਹੇ ਆ ਔਰ ਉਸ ਦਿਨ ਨਵਰੀਤ ਦੀ ਗੋਲੀ ਲੱਗ ਕੇ ਮੌਤ ਵੀ ਹੁੰਦੀ ਹੈਗੀ ਆ। ਸੋ ਉਹਦੇ ਇੱਕ ਸਮਾਗਮ ਵੀ ਮਨਾਇਆ ਜਾ ਰਿਹਾ ਇੱਥੇ। 6 ਮਹੀਨੇ ਪੂਰੇ ਹੋ ਰਹੇ ਆ। ਸੋ ਸੰਯੁਕਤ ਕਿਸਾਨ ਮੋਰਚਾ ਵੀ ਕੀ ਉਹਨਾਂ ਨੂੰ ਕੁਝ ਸ਼ਰਧਾਂਜਲੀ ਵਗੈਰਾ ਭੇਟ ਕਰੂਗਾ? ਦੇਖੋ, ਇੱਕ ਨਹੀਂ ਹੈ, ਸਾਡੇ ਮੋਰਚੇ ਦੇ ਬਹੁਤ ਸ਼ਹੀਦ ਨੇ, ਕੱਲਾ ਨਵਰੀਤ ਨਹੀਂ। ਅੱਜ ਤੱਕ ਸਾਡੇ ਲਗਭਗ 540 ਦੇ ਕਰੀਬ ਸ਼ਹੀਦ ਹੋ ਚੁੱਕੇ ਆ। ਉਹ ਸਾਰੇ ਸਾਡੇ ਲਈ ਰਿਸਪੈਕਟੇਬਲ ਨੇ। ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਦੀ ਸ਼ਹਾਦਤ ਹੋਈ ਹੈ ਉਹ ਸਾਰੇ ਹੀ ਸਾਡੇ ਸਤਿਕਾਰਯੋਗ ਨੇ। ਸਾਰਿਆਂ ਦਾ ਅਸੀਂ ਸਨਮਾਨ ਕਰਦੇ ਹਾਂ ਔਰ ਅਸੀਂ ਸਮੇਂ-ਸਮੇਂ ਤੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਰਹਿੰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਸੰਯੁਕਤ ਮੋਰਚਾ ਫੈਸਲਾ ਲਏਗਾ ਉਹਨਾਂ ਸਾਰਿਆਂ ਨੂੰ ਫਿਰ ਮਤਲਬ ਸਨਮਾਨਿਤ ਕਰਾਂਗੇ। ਦਿਲਿਓ ਸਰ, ਇੱਕ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਆਉਂਦਾ ਜਿਵੇਂ ਰਣਜੀਤ ਮਾਨਸਾ ਜੀ ਦਾ ਮਸਲਾ ਆਇਆ, ਕੁਝ ਮੀਡੀਆ ਦੇ ਪਰਸਨ ਉਹਨਾਂ ਦੀ ਕਵਰੇਜ ਕਰਨ ਲਈ ਗਏ, ਉਹਨਾਂ ਨਾਲ ਗੱਲਬਾਤ ਕਰਨ ਲਈ ਗਏ, ਤਾਂ ਉਸ ਤੋਂ ਬਾਅਦ ਉਹ ਮੀਡੀਆ ਕਰਮੀਆਂ ਨੂੰ ਕਾਲਾਂ ਆਉਣ ਲੱਗੀਆਂ, ਧਮਕੀਆਂ ਆਉਣ ਲੱਗੀਆਂ ਜਿਵੇਂ ਤੁਸੀਂ ਇਹੋ ਜਿਹੀ ਕਵਰੇਜ ਕਿਉਂ ਕਰਦੇ ਹੋ। ਇਹ ਕਾਰਨ ਬਹੁਤ ਵੱਡਾ, ਕਿਉਂਕਿ ਜਦੋਂ ਵੀ ਕੋਈ ਮੀਡੀਆ ਕਰਮੀ ਆਵਾਜ਼ ਉਠਾਉਂਦਾ, ਜਦੋਂ ਗੱਲਬਾਤ ਕਰਦਾ ਤਾਂ ਉਹਨਾਂ ਨੂੰ ਧਮਕੀ ਭਰੇ ਫੋਨ ਆਉਣ ਲੱਗ ਜਾਂਦੇ ਆ। ਉਹ ਲੋਕ ਭਾਵੇਂ ਜੋ ਕਿਸਾਨਾਂ ਦੇ ਹੋਣ ਜਾਂ ਕਿਤੋਂ ਵੀ ਹੋਣ, ਅਸੀਂ ਇਹ ਨਹੀਂ ਕਹਿੰਦੇ ਵੀ ਕੌਣ ਸੀ, ਪਰ ਕੌਣ ਸੀ ਉਹ ਇਹ ਧਮਕੀ ਦਿੰਦੇ ਆ। ਦੇਖੋ, ਇਹਦੇ ਨਾਲ ਹੀ ਜੋੜ ਦਿੰਦੇ ਆ। ਇਹ ਕਿਹਾ ਜਾਂਦਾ ਕਿ ਪੱਤਰਕਾਰਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਮੋਰਚੇ ਤੋੜਨ ਵਾਲੀ ਗੱਲ ਕਰਦੇ ਹੋ। ਦੇਖੋ, ਇਹ ਨਹੀਂ ਦੇਖਿਆ ਜਾਂਦਾ ਵੀ ਜਦੋਂ ਆਗੂ ਕੋਈ ਕਹਿੰਦੇ ਫਿਰ ਉਹਨੂੰ ਉਧਰ ਦਾ ਮੂੰਹ ਚੁੱਕ ਲੈਂਦੇ ਆ। ਫੈਸਲਾ ਤੁਸੀਂ ਅੱਜ ਲੈ ਲਿਆ, ਸਸਪੈਂਡ ਕਰਤਾ, ਪਰ ਉਹ ਬੰਦੇ ਜਿਹੜੇ ਫੇਸਬੁੱਕ ਚਲਾਉਂਦੇ ਨੇ ਉਹ ਦੱਸਦੇ ਨੇ ਕਿ ਅਸੀਂ ਯੂਨੀਅਨ ਦੇ ਵਿੱਚੋਂ ਹੈਗੇ ਆ। ਮੈਨੂੰ ਉਹਦਾ ਜਵਾਬ ਦੇ ਲੈਂਦੇ, ਤੁਹਾਡਾ ਵੀ ਜਵਾਬ ਤਕਰੀਬਨ ਸੇਮ ਹੀ ਵਿੱਚ ਆ ਜਾਊਗਾ। ਦੇਖੋ, ਅੱਜ ਜਿਹੜਾ ਫੈਸਲਾ ਲਿਆ ਹੈ ਕੋਈ ਘੱਟ ਗਿਣਤੀ ਬਹੁ ਗਿਣਤੀ ਨਾਲ ਫੈਸਲਾ ਨਹੀਂ ਹੋਇਆ। ਸਰਬਸੰਮਤੀ ਦਾ ਫੈਸਲਾ ਹੈ ਕਿ ਰਣਜੀਤ ਸਿੰਘ ਮਾਨਸਾ 15 ਦਿਨ ਦੇ ਲਈ ਸਸਪੈਂਡ ਹੈ। ਉਹ ਸਾਰਿਆਂ ਨੇ ਲਿਆ।
ਤੇ ਜੇ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਲਿਆ, ਉਹਨਾਂ ਦੀ ਆਪਣੀ ਜਥੇਬੰਦੀ ਨੇ ਵੀ ਇਹ ਲਿਆ ਹੈ ਕਿ ਅਸੀਂ ਆਪਣੇ ਤੌਰ ਦੇ ਉੱਤੇ ਵੀ ਉਹਦੇ ਖਿਲਾਫ ਐਕਸ਼ਨ ਲਵਾਂਗੇ, ਤਾਂ ਫਿਰ ਮੈਨੂੰ ਲੱਗਦਾ ਕਿ ਜਥੇਬੰਦੀਆਂ ਵੱਲੋਂ ਤਾਂ ਅਜਿਹੀਆਂ ਕਾਲਸ ਆਉਣੀਆਂ ਪੋਸੀਬਲ ਹੀ ਨਹੀਂ। ਜੇ ਕੋਈ ਕਰ ਰਿਹਾ ਹੈ ਤਾਂ ਫਿਰ ਕੋਈ ਆਪਣੇ ਵਾਕਿਆ ਹੀ ਤੁਹਾਡੇ ਤੇ ਸਾਡੇ ਪਿਆਰ ਨੂੰ, ਤੁਹਾਡੇ ਤੇ ਸਾਡੇ ਸਹਿਯੋਗ ਨੂੰ ਸੱਟ ਮਾਰਨ ਵਾਸਤੇ ਕਰ ਰਿਹਾ। ਇਹ ਜੀ ਕੋਈ ਗੱਲ ਨਹੀਂ, ਤੁਸੀਂ ਸਾਡੇ ਹੋ, ਤੁਸੀਂ ਮੋਰਚੇ ਦੀ ਰਾਖੀ ਕਰ ਰਹੇ ਹੋ ਤੇ ਅਸੀਂ ਤੁਹਾਡੇ ਨਾਲ ਹਾਂ। ਹੋਰ ਕੁਝ ਜਨਵਰੀ ਤੋਂ ਬਾਅਦ 15 ਅਗਸਤ ਆ ਰਹੀ ਹੈ, ਉਸ ਤੋਂ ਬਾਅਦ ਜੋ ਕਿਸ ਤਰ੍ਹਾਂ ਦੇਖਦੇ ਹੋ ਕਿ ਦੁਬਾਰਾ ਉਹ ਦੁਹਰਾਇਆ ਨਹੀਂ ਜਾਏਗਾ ਜਿੰਨੀ ਜਿੰਨੇ ਲੱਗਦੇ ਆ? ਹਾਂ, ਦੇਖੋ ਅੱਜ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਦੁਹਰਾਇਆ ਨਹੀਂ ਜਾਏਗਾ, ਬਿਲਕੁਲ ਪੋਸੀਬਿਲਿਟੀ ਨਹੀਂ ਹੈ। ਅਜਿਹੀ ਕਿਸੇ ਗੱਲ ਦੀ ਤੁਸੀਂ ਦੇਖਿਆ ਹੈ ਕਿ ਅਗਰ ਕੋਈ ਜਿਹੀ ਘਟਨਾ ਹੋਣੀ ਹੁੰਦੀ ਜਾਂ ਕਰਨੀ ਹੁੰਦੀ ਇਹਨਾਂ ਲੋਕਾਂ ਨੇ ਜਿਹੜੇ ਬਾਰਡਰਾਂ ਤੇ ਬੈਠੇ ਹੈ, ਤਾਂ ਅਸੀਂ ਸੰਸਦ ਵੱਲ, ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੰਸਦ ਵੱਲ ਜਾ ਸਕਦੇ ਸੀ, ਨਹੀਂ ਨਾ ਗਏ। ਸਭ ਸਬਰ ਨਾਲ ਬੈਠੇ ਹੈ, 200 ਦਾ ਜਥਾ ਭੇਜ ਰਹੇ ਹੈ। ਉਹ ਸਾਰੀਆਂ ਹੀ ਜਿਹੜੀਆਂ ਘਟਨਾਵਾਂ ਘਟੀਆਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਸਤਰਕ ਰਹਿੰਦੇ ਹੋਏ, ਸੁਚੇਤ ਰਹਿੰਦੇ ਹੋਏ ਆਪਾਂ ਇਹ ਕਰ ਰਹੇ ਹਾਂ। ਬਿਲਕੁਲ ਐਸੀ ਕੋਈ ਗੱਲ ਨਹੀਂ। ਆ ਇੱਕ ਤੁਹਾਡਾ ਨਿਊਜ਼ 18 ਕਿਸੇ ਚੈਨਲ ਤੋਂ ਕੋਈ ਖਬਰ ਆਈ ਹੈ ਕਿ ਹਰਿਆਣੇ ਦੇ ਵਿੱਚ ਟਰੈਕਟਰ ਰੈਲੀ ਕੀਤੀ ਜਾਏਗੀ 15 ਅਗਸਤ ਨੂੰ, ਔਰ ਉਹ ਹਰਿਆਣੇ ਵਾਲੇ ਵੀਰ ਇੱਥੇ ਮੀਟਿੰਗ ਦੇ ਵਿੱਚ ਸ਼ਾਮਲ ਸੀ। ਇਹ ਬੀਬੀ ਬੈਠੇ ਨੇ, ਸਾਰਿਆਂ ਨੇ ਇੱਕਮਤ ਹੋ ਕੇ ਇਹ ਕਿਹਾ ਕਿ ਸਾਡਾ ਕਿਸੇ ਜਥੇਬੰਦੀ ਦਾ ਕੋਈ ਪ੍ਰੋਗਰਾਮ ਨਹੀਂ। ਸੋ ਅਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇੱਕ ਤਰ੍ਹਾਂ ਦਾ ਭੜਕਾਹਟ ਪੈਦਾ ਕਰਨ ਵਾਸਤੇ ਕੀਤੀਆਂ ਜਾ ਰਹੀਆਂ। ਸੰਯੁਕਤ ਮੋਰਚੇ ਦਾ ਕੋਈ ਫੈਸਲਾ ਨਹੀਂ ਹੈ ਜਾਂ ਕਿ ਅਸੀਂ ਕੋਈ 15 ਅਗਸਤ ਨੂੰ ਟਾਰਗੇਟ ਕਰਕੇ ਕੋਈ ਪ੍ਰੋਗਰਾਮ ਕਰੀਏ, ਕੋਈ ਇਹੋ ਜਿਹਾ ਪ੍ਰੋਗਰਾਮ। ਅਗਰ ਕੋਈ ਸੰਯੁਕਤ ਮੋਰਚੇ ਦੀ ਜਥੇਬੰਦੀ ਆਪਣੇ ਪੱਧਰ ਤੇ ਕਰਨਾ ਚਾਹੁੰਦੀ ਹੈ ਨਿੱਜੀ ਤੌਰ ਤੇ, ਤਾਂ ਉਹ ਕੋਈ ਪ੍ਰੋਗਰਾਮ ਦੇ ਸਕਦੀ ਹੈ ਜਾਂ? ਦੇਖੋ ਇਟ ਮੀਨਸ ਫਿਰ ਉਹਦਾ ਜਿਹੜਾ ਸੰਯੁਕਤ ਮੋਰਚੇ ਦਾ ਪਾਰਟ ਹੈ, ਜੇਕਰ ਸੰਯੁਕਤ ਮੋਰਚੇ ਦਾ ਪਾਰਟ ਹੈ ਉਹਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਕੰਮ ਕਰਦਾ ਹੈ ਤਾਂ ਉਹਦਾ ਆਪਣੇ ਆਪੇ ਮੰਨਿਆ ਜਾਏਗਾ ਕਿ ਸੰਯੁਕਤ ਮੋਰਚੇ ਨੇ ਕੀਤਾ ਹੈ। ਸੋ ਉਹ ਜਾਂ ਤਾਂ ਸੰਯੁਕਤ ਮੋਰਚੇ ਦੀ ਮੈਂਬਰਸ਼ਿਪ ਛੱਡ ਕੇ ਸਾਈਡ ਤੇ ਹੋ ਕੇ ਕਰੇ ਜਿਹੜਾ ਕਰਨਾ ਹੈ। ਅਗਰ ਉਹ ਸੰਯੁਕਤ ਮੋਰਚੇ ਦਾ ਮੈਂਬਰ ਹੈ, ਸੰਯੁਕਤ ਮੋਰਚੇ ਦੇ ਵਿੱਚ ਹੈ, ਕਿਸੇ ਨੂੰ ਅਜਿਹੀ ਵੀ ਕੋਈ ਵੀ ਐਕਸ਼ਨ ਕਰਨ ਦੀ ਅਲਾਉ ਨਹੀਂ ਹੋਏਗਾ ਤੇ ਮੋਰਚਾ ਫੈਸਲਾ ਕਰੇਗਾ ਕੀ ਕਰਨਾ ਹੈ। ਆਉਣ ਵਾਲਾ ਸਮੇਂ ਦੇ ਵਿੱਚ ਅਜੇ ਦਿਨ ਪਏ ਆ, ਤੁਹਾਡੇ ਸਾਹਮਣੇ ਆ ਜੂਗਾ। ਉਸ ਖਬਰ ਦੇ ਵਿੱਚ ਨਾ ਇਹ ਵੀ ਸੀਗਾ ਕਿ ਟਰੈਕਟਰ ਪਰੇਡ ਕਰਾਂਗੇ ਤੇ ਨਾਲ ਦੀ ਨਾਲ ਕਿਸੇ ਵੀ ਸਿਆਸੀ ਆਗੂ ਨੂੰ ਹਰਿਆਣੇ ਦੇ ਵਿੱਚ ਝੰਡਾ ਨਹੀਂ ਲਾਉਣ ਦੇਣਾ ਹੈਗਾ। ਤਾਂ ਇਹ ਗੱਲ ਕਿੰਨੀ ਕਿ ਕਿਉਂਕਿ ਮੀਟਿੰਗ ਦੇ ਵਿੱਚ ਜੇ ਮੈਡਮ ਬੈਠੇ ਹੈਗੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਟਰੈਕਟਰ ਵਾਲੀ ਤਾਂ ਪਰੇਡ ਦੇ ਵਾਲੀ ਗੱਲ ਹੋਈ ਨਹੀਂ। ਮੇਰਾ ਖਿਆਲ ਹੈਗੀ ਆ ਕਿ ਝੰਡਾ ਨਹੀਂ ਲਾਉਣ ਦੇਣਾ। ਮੇਰਾ ਖਿਆਲ ਆ ਮੀਟਿੰਗ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ, ਪਰ ਇਹ ਬੀਬੀ ਬੈਠੀ ਆ हरियाणे तो ने ये दस देंगे। हरियाणा की तरफ से 15 अगस्त को लेके ऐसी कोई प्लानिंग फिलहाल नहीं की गई है। जैसा कि हमारे अगुओं ने बताया, ये फिलहाल जो आपके पास आई है खबर, ये हमारे तक इसकी कोई जानकारी फिलहाल नहीं है, ना ही हम ऐसा कुछ करने वाले हैं। और ना ही जो झंडे को लेके आपने जो बातचीत बोली है, ना ही हमारे बीच ऐसा कुछ डिस्कशन हुआ है। हम संयुक्त मोर्चा के साथ हैं और मिलकर चलेंगे। विरोध जारी रहेगा हरियाणा के विच सियासी आगुओं का? हाँ जी, वो विरोध शुरू से जेजेपी बीजेपी का जारी था, जारी है और जारी रहेगा।